दोस्तों हाजिर हैं एक होर वीडियो रिपोर्ट लैके चैनल रितेश लखी अनप्लग्ड उत्ते। ਅੱਜ ਦੀ ਇਸ ਵੀਡੀਓ ਰਿਪੋर्ट ਵਿੱਚ ਗੱਲ ਕਰਾਂਗੇ ਲਖਵੀਰ ਸਿੰਘ ਲੰਡਾ ਹਰੀਕੇ ਗੈਂਗਸਟਰ ਟਰਨਡ ਅੱਤਵਾਦੀ। ਤੁਸੀਂ ਸੋਚੋਗੇ ਕਿ ਅੱਜ ਲਖਵੀਰ ਸਿੰਘ ਲੰਡਾ ਕਿੱਥੋਂ ਯਾਦ ਆ ਗਿਆ। ਲਖਵੀਰ ਸਿੰਘ ਲੰਡਾ ਇਸ ਵਾਸਤੇ ਯਾਦ ਆ ਗਿਆ ਕਿਉਂਕਿ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਵੱਲੋਂ ਲੰਡੇ ਹਰੀਕੇ ਦੀ ਤਰਨਤਾਰਨ ਜ਼ਿਲ੍ਹੇ ਦੇ ਚੋਲਾ ਸਾਹਿਬ ਤਹਿਸੀਲ ਦੇ ਵਿੱਚ ਪੈਂਦੇ ਪਿੰਡ ਕੀੜੀਆਂ ਦੀ ਜਿਹੜੀ ਜ਼ਮੀਨ ਹੈ, ਦੱਸਿਆ ਜਾਂਦਾ ਕਿ ਉਸ ਦੀ ਤੇ ਉਸਦੇ ਪਰਿਵਾਰ ਦੇ ਨਾਂ ਦੇ ਉੱਤੇ 20 ਏਕੜ ਦੇ ਆਸ-ਪਾਸ ਜ਼ਮੀਨ ਹੈ। ਕੀੜੀਆਂ ਪਿੰਡ ਦੀ ਇਸ ਜ਼ਮੀਨ ਨੂੰ ਕੁਰਕ ਕਰ ਲਿਆ ਗਿਆ, ਯਾਨੀ ਕਿ ਪ੍ਰੋਪਰਟੀ ਨੂੰ ਅਟੈਚ ਕਰ ਲਿਆ ਗਿਆ। ਹੁਣ ਇਹ ਪ੍ਰੋਪਰਟੀ ਦੀ ਜਿਹੜੀ ਅਟੈਚਮੈਂਟ ਹੈ ਉਹ ਅਨਲੌਫੁਲ ਐਕਟੀਵਿਟੀਜ਼ ਪ੍ਰੀਵੈਂਸ਼ਨ ਐਕਟ UAPA ਐਕਟ 1967 ਦਾ ਜਿਹੜਾ ਸਭ ਤੋਂ ਖਤਰਨਾਕ ਤੇ ਸ਼ਕਤੀਸ਼ਾਲੀ ਐਕਟ ਮੰਨਿਆ ਜਾਂਦਾ ਹੈ ਅੱਤਵਾਦੀਆਂ ਦਹਿਸ਼ਤਗਰਦਾਂ ਦੇ ਖਿਲਾਫ ਕਾਰਵਾਈ ਕਰਨ ਦੇ ਪੱਖੋਂ, ਉਸ ਦਾ ਸੈਕਸ਼ਨ 33 ਹੈ ਜੋ ਕਿ ਜਾਂਚ ਏਜੰਸੀਆਂ ਨੂੰ ਇਸ ਚੀਜ਼ ਦੀ ਇਜਾਜ਼ਤ ਦਿੰਦਾ ਹੈ ਕਿ ਅਦਾਲਤ ਦੇ ਜ਼ਰੀਏ ਉਹ ਸੰਪत्ति ਨੂੰ ਕੁਰਕ ਕਰਵਾ ਸਕਦੇ ਨੇ। ਸੋ ਪ੍ਰੋਪਰਟੀ ਨੂੰ ਅਟੈਚ ਲੰਡੇ ਹਰੀਕੇ ਦੀ ਕਰਤਾ ਗਿਆ ਹੈ। ਤੁਹਾਨੂੰ ਯਾਦ ਹੋਏਗਾ ਕਿ ਬੀਤੇ ਸਾਲ ਅਗਸਤ ਦੇ ਮਹੀਨੇ ਦੇ ਵਿੱਚ ਹੀ ਐਕਸ਼ਨ ਸ਼ੁਰੂ ਹੋਇਆ ਸੀ। RC 37 ਇੱਕ ਸੂ ਮੋਟੋ ਕੇਸ ਜੋ ਕਿ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਆਪਣੇ ਹੱਥ ਵਿੱਚ ਲਿਆ। RC 37 ਕੇਸ ਦਾ ਮਤਲਬ ਤੇ ਮਕਸਦ ਇਹ ਸੀ ਕਿ ਅਜਿਹੇ ਕ੍ਰਿਮੀਨਲ ਐਲੀਮੈਂਟਸ ਜੋ ਕਿ ਪ੍ਰੋ ਖਾਲਿਸਤਾਨ ਦੇਸ਼ ਵਿਰੋਧੀ ਵਾਰਦਾਤਾਂ ਦੇ ਵਿੱਚ, ਕ੍ਰਿਮੀਨਲ ਵਾਰਦਾਤਾਂ ਤੇ ਵਾਇਲੈਂਟ ਐਕਟੀਵਿਟੀਜ਼ ਦੇ ਵਿੱਚ ਸ਼ਾਮਲ ਨੇ, ਪਾਕਿਸਤਾਨ ਬੈਠੇ ਕੁਝ ਹੈਂਡਲਰਸ ਜਾਂ ਵਿਦੇਸ਼ਾਂ ਦੇ ਵਿੱਚ ਬੈਠੇ ਕੁਝ ਹੈਂਡਲਰਸ ਦੇ ਇਸ਼ਾਰੇ ਤੇ ਕੰਮ ਕਰ ਰਹੇ ਨੇ ਜਾਂ ਉੱਥੇ ਬੈਠ ਕੇ ਕੰਮ ਕਰਵਾ ਰਹੇ ਨੇ, ਗਤੀਵਿਧੀਆਂ ਕਰਵਾ ਰਹੇ ਨੇ ਤੇ ਕਿਸੇ ਵੀ ਗੈਂਗ ਜਾਂ ਕ੍ਰਿਮੀਨਲ ਲੀਗ ਦੇ ਕੰਪਾਰਟਮੈਂਟ ਦੇ ਵਿੱਚ ਫਿੱਟ ਨਹੀਂ ਬੈਠਦੇ, ਉਹਨਾਂ ਦੀ ਟੇਕ ਕੇਅਰ ਕੀਤੀ ਜਾ ਸਕੇ। ਸੋ ਇਸ ਕੈਟੇਗਰੀ ਦੇ ਵਿੱਚ ਹਰਵਿੰਦਰ ਸਿੰਘ ਰਿੰਦਾ ਸੰਧੂ ਆਉਂਦਾ ਹੈ, ਲਖਵੀਰ ਸਿੰਘ ਲੰਡਾ ਹਰੀਕੇ ਆਉਂਦਾ ਹੈ, ਇੱਕ ਦਲੇਰ ਕੋਟੀਆ ਨਾਂ ਦਾ ਗੈਂਗਸਟਰ ਆਉਂਦਾ ਹੈ ਤੇ ਰਮਨ ਜੱਜ ਇੱਕ ਹੋਰ ਗੈਂਗਸਟਰ ਜੋ ਕਿ ਜੈਪਾਲ ਭੁੱਲਰ ਗੈਂਗ ਦੇ ਨਾਲ ਜੁੜਿਆ ਰਿਹਾ। ਇਸ ਦਾ ਭਰਾ ਗਗਨ ਜੱਜ ਇਸ ਵਕਤ ਜੇਲ੍ਹ ਦੇ ਵਿੱਚ ਹੀ ਦੱਸਿਆ ਜਾਂਦਾ ਹੈ। ਇਹਨਾਂ ਤੋਂ ਇਲਾਵਾ ਪਾਕਿਸਤਾਨ ਦੇ ਵਿੱਚ ਬੈਠੇ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਵਧਾਵਾ ਸਿੰਘ ਬੱਬਰ ਅਤੇ ISYF ਦੇ ਲਖਵੀਰ ਸਿੰਘ ਰੋਡੇ ਵਰਗੇ ਅਨਸਰਾਂ ਨੂੰ ਵੀ ਇਸੇ RC 37 ਕੇਸ ਦੇ ਵਿੱਚ ਹੀ ਨਾਮਜ਼ਦ ਕਰਕੇ ਬੀਤੇ ਮਹੀਨੇ ਹੀ ਇਹਨਾਂ ਸਭ ਦੇ ਖਿਲਾਫ ਚਾਰਜਸ਼ੀਟਾਂ ਜਿਹੜੀਆਂ ਨੇ ਉਹ ਵੀ ਅਦਾਲਤਾਂ ਦੇ ਵਿੱਚ ਦਾਇਰ ਕੀਤੀਆਂ ਗਈਆਂ ਨੇ। ਲੇਕਿਨ ਅੱਜ ਆਪਾਂ ਗੱਲ ਇਸ ਵਾਸਤੇ ਇਸ ਰਿਪੋਰਟ ਨੂੰ ਫੋਲੋਅਪ ਦੇ ਰੂਪ ਵਿੱਚ ਕਰ ਰਹੇ ਹਾਂ ਕਿਉਂਕਿ ਠੀਕ ਇੱਕ ਸਾਲ ਪਹਿਲਾਂ ਆਪਾਂ ਰਿਪੋਰਟ ਬਣਾਈ ਸੀ, ਸ਼ਾਇਦ ਅਗਸਤ ਤੇ ਸਤੰਬਰ 2022 ਦੀ ਰਿਪੋਰਟ ਮੇਰੀ ਸੀ। ਸੋ ਮੇਰੀ ਉਸ ਰਿਪੋਰਟ ਦੇ ਬਣਨ ਤੋਂ ਠੀਕ ਇੱਕ ਸਾਲ ਬਾਅਦ ਜਦੋਂ ਅੱਜ ਆਪਾਂ ਅਗਸਤ 2023 ਦੇ ਆਖਰੀ ਹਫ਼ਤੇ ਦੌਰਾਨ ਇਹ ਰਿਪੋਰਟ ਬਣਾਉਂਦੇ ਪਏ ਹਾਂ, ਇੱਕ ਸਾਲ ਪਹਿਲਾਂ ਉਸ ਰਿਪੋਰਟ ਦੇ ਵਿੱਚ ਕੀਤੀ ਗਈ ਗੱਲ ਕਿ ਇਹਨਾਂ ਕ੍ਰਿਮੀਨਲ, ਇਹਨਾਂ ਗੈਂਗਸਟਰਾਂ ਦਾ ਲੱਕ ਭੰਨਿਆ ਜਾਏਗਾ ਅਗਲੇ ਇੱਕ ਸਾਲ ਦੌਰਾਨ ਤੇ NIA ਦੀ ਐਂਟਰੀ ਪੰਜਾਬ ਦੇ ਕ੍ਰਿਮੀਨਲ ਸਫੀਅਰ ਦੇ ਵਿੱਚ, ਇਕੋਸਿਸਟਮ ਦੇ ਵਿੱਚ ਹੋਣਾ ਹੀ ਮਤਲਬ ਮੰਨਿਆ ਜਾਏ ਕਿ ਹੁਣ ਇਹਨਾਂ ਗੈਂਗਸਟਰਾਂ ਦੀ ਸ਼ਾਮਤ ਆਏਗੀ। ਸੋ ਇਹਨਾਂ ਦੀਆਂ ਜਾਇਦਾਦਾਂ ਸੰਪੱਤੀਆਂ ਨੂੰ ਕੁਰਕ ਕਰਨ ਦੀ ਉਹ ਸਥਿਤੀ ਆ ਚੁੱਕੀ ਹੈ। ਹੁਣ ਤੋਂ 2 ਦਿਨ ਪਹਿਲਾਂ NIA ਨੇ ਜਾਣਕਾਰੀ ਦਿੱਤੀ ਹੈ ਕਿ ਇਹ ਜਿਹੜੀ ਕੀੜੀਆਂ ਪਿੰਡ ਦੀ ਜ਼ਮੀਨ ਹੈ, ਜਾਇਦਾਦ ਹੈ, ਲੰਡੇ ਹਰੀਕੇ ਲਖਵੀਰ ਸਿੰਘ ਸੰਧੂ ਜਿਸ ਦਾ ਓਰੀਜਨਲ ਨਾਂ ਹੈ, ਉਸ ਨੂੰ ਕੁਰਕ ਕਰ ਲਿਆ ਗਿਆ ਹੈ। ਪਿਛਲੇ ਹਫ਼ਤੇ ਹੀ ਇਹ ਸਾਰੇ ਦੇ ਸਾਰੇ ਲੋਕਾਂ ਨੂੰ ਜਿਹੜੇ ਕੁਝ ਕ੍ਰਿਮੀਨਲ ਐਲੀਮੈਂਟਸ ਦੇ ਮੈਂ ਨਾਲ ਹੈ, ਹਰਵਿੰਦਰ ਰਿੰਦਾ ਸੰਧੂ, ਲਖਵੀਰ ਸਿੰਘ ਲੰਡਾ ਹਰੀਕੇ, ਦਲੇਰ ਕੋਟੀਆ, ਇਸ ਦੇ ਨਾਲ ਰਮਨ ਜੱਜ, ਵਧਾਵਾ ਸਿੰਘ ਬੱਬਰ ਅਤੇ ਲਖਵੀਰ ਸਿੰਘ ਰੋਡੇ, ਇਹ ਸਭ ਨੂੰ ਇੱਕ ਕੇਸ ਦੇ ਵਿੱਚ ਚਾਰਜਸ਼ੀਟ ਕੀਤਾ ਗਿਆ ਹੈ ਇਸੇ RC 37 ਦੇ ਵਿੱਚ। ਤੇ ਚਾਰਜਸ਼ੀਟ ਕਰਨ ਤੋਂ ਬਾਅਦ ਪ੍ਰੋਕਲੇਮਡ ਆਫੈਂਡਰ ਇਹਨਾਂ ਚਾਰਾਂ ਨੂੰ ਐਲਾਨ ਕਰਤਾ ਗਿਆ ਹੈ। ਇਹ ਸਾਰੇ ਦੇ ਸਾਰੇ ਕਾਨੂੰਨੀ ਪ੍ਰੋਸੈਸਸ ਤੇ ਪ੍ਰਕਿਰਿਆਵਾਂ ਹੈਗੇ ਨੇ ਜਿਨ੍ਹਾਂ ਨੂੰ ਫੋਲੋ ਕਰਨਾ ਪੈਂਦਾ, ਜਿਸ ਤੋਂ ਬਾਅਦ ਹੀ ਇਹਨਾਂ ਦੇ ਘਰਾਂ ਤੇ ਇਹਨਾਂ ਦੀਆਂ ਜਾਇਦਾਦਾਂ ਤੇ ਉੱਤੇ NIA ਪਹੁੰਚ ਸਕਦੀ ਸੀ। ਅਦਾਲਤ ਦੇ ਵਿੱਚ ਇਹ ਅਰਜ਼ੀਆਂ ਪਾਈਆਂ ਜਾ ਸਕਦੀਆਂ ਸੀ। ਸਬਕ ਸਿਖਾਉਣ ਦੀ ਕੋਸ਼ਿਸ਼ ਇਹ ਵੀ ਕੀਤੀ ਜਾ ਰਹੀ ਹੈ ਕਿ ਭਵਿੱਖ ਦੇ ਵਿੱਚ ਅਜਿਹੇ ਯੁਵਾ ਜੋ ਕਿ ਭਟਕ ਚੁੱਕੇ ਨੇ, ਜੋ ਕਿ ਇਹਨਾਂ ਗੈਂਗਸਟਰਾਂ ਦੇ ਹੱਥਾਂ ਦੇ ਵਿੱਚ ਪਿਸਤੌਲਾਂ, ਹਥਿਆਰ ਦੇਖ ਕੇ, ਵੰਨ ਸਵੰਨੇ ਸੰਦ ਦੇਖ ਕੇ ਬਹੁਤ ਆਕਰਸ਼ਿਤ ਹੁੰਦੇ ਨੇ, ਉਹਨਾਂ ਨੂੰ ਵੀ ਇੱਕ ਸੇਧ ਮਿਲ ਸਕੇ, ਇੱਕ ਸਬਕ ਮਿਲ ਸਕੇ ਕਿ ਤੁਸੀਂ ਜੇ ਇਸ ਰਾਹ ਤੇ ਤੁਰੋਗੇ ਤਾਂ ਇਕੱਲੇ ਤੁਸੀਂ ਦਿੱਕਤ ਦੇ ਵਿੱਚ ਨਹੀਂ ਆਉਂਗੇ, ਬਲਕਿ ਤੁਹਾਡੇ ਘਰਦਿਆਂ ਨੂੰ ਔਕੜਾਂ ਹੋਣਗੀਆਂ, ਤੁਹਾਡੇ ਮਾਪਿਓ ਪਰੇਸ਼ਾਨ ਹੋਣਗੇ ਤੇ ਉਹ ਜਾਇਦਾਦਾਂ ਸੰਪੱਤੀਆਂ ਜੋ ਕਿ ਜ਼ਰੂਰੀ ਨਹੀਂ ਕਿ ਤੁਸੀਂ ਗਲਤ ਸਾਧਨਾਂ ਤੇ ਸੰਸਾਧਨਾਂ ਸਰੋਤਾਂ ਜ਼ਰੀਏ ਹੀ ਪੈਦਾ ਕੀਤੀਆਂ ਨੇ, ਇਹ ਜਾਇਦਾਦਾਂ ਹੋ ਸਕਦਾ ਇਹਨਾਂ ਦੇ ਵਿਰਸੇ ਦੇ ਵਿੱਚ ਇਹਨਾਂ ਨੂੰ ਮਿਲੀਆਂ ਹੋਣ, ਲੇਕਿਨ ਇਹ ਸਾਰੀ ਸੰਪੱਤੀਆਂ ਕੁਰਕ ਅੱਜ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ। ਅਦਾਲਤ ਦੇ ਵਿੱਚ ਬੇਸ਼ੱਕ ਆਧਾਰ ਇਹੀ ਮੰਨਿਆ ਜਾਂਦਾ ਹੈ ਤੇ ਬਣਾਇਆ ਜਾਂਦਾ ਹੈ ਕਿ ਇਹਨਾਂ ਜਾਇਦਾਦਾਂ ਨੂੰ ਐਕਵਾਇਰ ਕਰਨ ਲਈ ਇਹਨਾਂ ਨੇ ਗਲਤ ਤਰੀਕੇ ਦੇ ਨਾਲ, ਗਲਤ ਪੈਂਤੜੇ ਵਰਤ ਕੇ ਕਾਲੀ ਜਿਹੜੀ ਕਮਾਈ ਹੈ ਉਸ ਦੀ ਵਰਤੋਂ ਕੀਤੀ। ਠੀਕ ਉਸੇ ਤਰੀਕੇ ਦੇ ਨਾਲ ਜਿਵੇਂ NDPS ਯਾਨੀ ਕਿ ਨਸ਼ੇ ਵਿਰੋਧੀ ਕਾਨੂੰਨ ਹੈ, ਉਸ ਦੇ ਤਹਿਤ ਤਸਕਰਾਂ ਦੀਆਂ ਸੰਪੱਤੀਆਂ, ਜਾਇਦਾਦਾਂ ਕੁਰਕ ਕੀਤੀਆਂ ਜਾਂਦੀਆਂ ਨੇ, ਪ੍ਰਾਪਰਟੀਜ਼ ਨੂੰ ਅਟੈਚ ਕੀਤਾ ਜਾਂਦਾ ਹੈ, ਮੂਵੇਬਲ ਤੇ ਇਮੂਵੇਬਲ ਐਸੈਟਸ ਨੂੰ ਸਰਕਾਰ ਜਾਂ ਅਦਾਲਤ ਆਪਣੇ ਹੱਥ ਵਿੱਚ ਲੈ ਲੈਂਦੀ ਹੈ। ਉਸੇ ਤਰਜ਼ ਦੇ ਉੱਤੇ ਹੁਣ ਇਹਨਾਂ ਕ੍ਰਿਮੀਨਲ ਟਰਨ ਜਿਹੜੇ ਟੈਰਰਿਸਟ ਹੈਗੇ ਨੇ UAPA ਦੇ ਸੈਕਸ਼ਨ 33 ਦੇ ਵਿੱਚ ਉਹਨਾਂ ਦੀਆਂ ਜਾਇਦਾਦਾਂ ਕੁਰਕ ਹੋ ਰਹੀਆਂ ਨੇ। ਬੀਤੇ ਇੱਕ ਸਾਲ ਦੌਰਾਨ ਬਹੁਤ ਕੁਝ ਹੋਇਆ ਹੈ, ਬਹੁਤ ਅਜਿਹੀਆਂ ਵਾਰਦਾਤਾਂ ਵੀ ਹੋਈਆਂ ਕਿਉਂਕਿ ਲਖਵੀਰ ਸਿੰਘ ਲੰਡਾ ਹਰੀਕੇ ਪਿਕਚਰ ਦੇ ਵਿੱਚ ਕਦੋਂ ਆਉਂਦਾ ਹੈ।
ਪਿਕਚਰ ਦੇ ਵਿੱਚ ਲਖਵੀਰ ਸਿੰਘ ਲੰਡਾ ਹਰੀਕੇ ਉਦੋਂ ਆਉਂਦਾ ਜਦੋਂ ਕਿ ਦੋ ਅਕਾਲੀ ਦਲ ਦੇ ਨਾਲ ਜੁੜੇ ਹੋਏ ਲੀਡਰਾਂ ਦਾ ਕਤਲ 2021 ਦੇ ਆਸ-ਪਾਸ ਉਸ ਵੱਲੋਂ ਅੰਜਾਮ ਦਿੱਤਾ ਜਾਂਦਾ ਹੈ। ਇਸ ਤੋਂ ਪਹਿਲਾਂ ਵੀ ਬਹੁਤ ਹੀ ਅਜਿਹੀਆਂ ਛੋਟੀਆਂ-ਮੋਟੀਆਂ ਵਾਰਦਾਤਾਂ ਦੇ ਵਿੱਚ ਉਹ ਤਰਨਤਾਰਨ, ਮੋਗੇ, ਹਰੀਕੇ ਦੇ ਇਲਾਕੇ ਦੇ ਵਿੱਚ ਐਕਟਿਵ ਰਿਹਾ ਹੁੰਦਾ ਹੈ, ਲੇਕਿਨ ਉਸ ਦਾ ਕੋਈ ਲੰਬਾ ਚੌੜਾ ਅਪਰਾਧਿਕ ਰਿਕਾਰਡ ਉਸ ਤਰੀਕੇ ਦਾ ਨਹੀਂ ਸੀ। ਲੇਕਿਨ 2017 ਦੇ ਵਿੱਚ ਕੈਨੇਡਾ ਪਹੁੰਚਣ ਵਾਲਾ ਤੇ ਮੰਨਿਆ ਜਾਂਦਾ ਕਿ ਕੈਨੇਡਾ ਦੇ ਐਲਬਰਟਾ ਪ੍ਰੋਵਿੰਸ ਦੇ ਐਡਮਿੰਟਨ ਸ਼ਹਿਰ ਦੇ ਵਿੱਚ ਇਸ ਦਾ ਬੇਸ ਰਿਹਾ। ਇਸ ਵਕਤ ਕਿੱਥੇ ਹੈ, ਐਡਮਿੰਟਨ ਦੇ ਵਿੱਚ ਹੈ, ਕਿਸੇ ਹੋਰ ਸ਼ਹਿਰ ਦੇ ਵਿੱਚ ਹੈ, ਇਸ ਦੇ ਬਾਰੇ ਪੱਕੇ ਤਰੀਕੇ ਦੇ ਨਾਲ ਨਹੀਂ ਕਿਹਾ ਜਾ ਸਕਦਾ। ਲੇਕਿਨ ਇਹ ਮੰਨਿਆ ਜਾਂਦਾ ਕਿ ਲਖਵੀਰ ਸਿੰਘ ਲੰਡਾ ਹਰੀਕੇ 2017 ਤੋਂ ਬਾਅਦ ਬਾਹਰ ਚਲਾ ਗਿਆ। ਹਾਲਾਂਕਿ ਮੇਰੇ ਇਸੇ ਚੈਨਲ ਰਿਤੇਸ਼ ਲਖੀ ਅਨਪਲੱਗ ਦੇ ਉੱਤੇ ਲਖਵੀਰ ਸਿੰਘ ਲੰਡਾ ਹਰੀਕੇ ਨੇ ਆਪਣੀ ਜ਼ਿੰਦਗੀ ਦੀ ਪਹਿਲੀ ਤੇ ਸ਼ਾਇਦ ਆਖਰੀ ਤੇ ਸਭ ਤੋਂ ਵੱਡੀ ਇੰਟਰਵਿਊ ਵੀ ਦਿੱਤੀ, ਜਿਸ ਦੌਰਾਨ ਉਸਨੇ ਦੱਸਿਆ ਕਿ ਉਸ ਦੇ ਨਾਲ ਕੀ ਵਧੀਕੀਆਂ ਹੋਈਆਂ, ਕੀ ਧੱਕੇ ਹੋਏ, ਕਿਵੇਂ ਉਸ ਨੂੰ ਨਸ਼ੇ ਦੇ ਕਾਰੋਬਾਰ ਕਰਨ ਲਈ ਸਥਾਨਕ ਲੈਵਲ ਦੇ ਜਿਹੜੇ ਲੀਡਰ ਹੁੰਦੇ ਨੇ, ਲੋਕਲ ਲੀਡਰ ਜਾਂ ਫਿਰ ਉੱਥੋਂ ਦੇ ਜਿਹੜੇ ਪੁਲਿਸ ਅਫਸਰ ਸੀ, ਉਹਨਾਂ ਨੇ ਤੰਗ ਪਰੇਸ਼ਾਨ ਕੀਤਾ। ਕਿਵੇਂ ਉਹ 14-15 ਲੱਖ ਰੁਪਏ ਦੀ ਰਿਸ਼ਵਤ ਦੇ ਕੇ, ਪੁਲਿਸ ਕਲੀਅਰੈਂਸ ਸਰਟੀਫਿਕੇਟ ਲੈ ਕੇ, ਫਰਜ਼ੀ ਪਾਸਪੋਰਟ ਜਾਂ ਜੋ ਵੀ ਬਣਾ ਕੇ ਵਿਦੇਸ਼ ਨਿਕਲਣ ਦੇ ਵਿੱਚ ਕਾਮਯਾਬ ਹੋਇਆ। ਇਹ ਸਾਰੀਆਂ ਗੱਲਾਂ ਬਾਤਾਂ ਉਸਨੇ ਖੁੱਲ੍ਹ ਕੇ ਦੱਸੀਆਂ। ਅਕਾਲੀ ਦਲ ਦੇ ਲੀਡਰਾਂ ਦੇ ਕਤਲ ਕਰਾਏ ਜਾਣ ਦੀ ਵਾਰਦਾਤ ਨੂੰ ਵੀ ਉਸਨੇ ਕਬੂਲਿਆ। ਲੇਕਿਨ ਉਸ ਵਕਤ ਜਦੋਂ ਕਿ ਲਖਵੀਰ ਸਿੰਘ ਲੰਡਾ ਹਰੀਕੇ ਇਸ ਚੈਨਲ ਦੇ ਉੱਤੇ ਆਪਣੀ ਕਹਾਣੀ ਬਿਆਨ ਕਰਦਾ ਪਿਆ ਸੀ, ਉਸ ਵਕਤ ਉਸ ਦੇ ਉੱਤੇ ਲਾਈਮਲਾਈਟ ਦਾ ਕਾਰਨ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਹੈੱਡਕੁਆਰਟਰ ਉੱਤੇ ਹੋਇਆ RPG ਰਾਕੇਟ ਲਾਂਚਰ ਹਮਲਾ ਸੀ। ਸੋ ਉਸ ਮਾਮਲੇ ਦੇ ਵਿੱਚ ਲਖਵੀਰ ਸਿੰਘ ਲੰਡੇ ਹਰੀਕੇ ਨੇ ਆਪਣੀ ਇਨਵੋਲਵਮੈਂਟ ਹੋਣ ਤੋਂ ਇਨਕਾਰ ਕਰਤਾ ਸੀ। ਲੇਕਿਨ ਉਸ ਤੋਂ ਬਾਅਦ ਦੇ ਕਈ ਮਹੀਨਿਆਂ ਦੌਰਾਨ ਬਹੁਤ ਅਜਿਹੀਆਂ ਵਾਰਦਾਤਾਂ ਹੋਈਆਂ। ਸੋ ਇੰਟਰਵਿਊ ਦੇ ਵਿੱਚ ਆਪਣੇ ਆਪ ਨੂੰ ਇੱਕ ਪੀੜਤ ਜਾਂ ਇੱਕ ਵਿਕਟਮ, ਸਿਸਟਮ ਦਾ ਵਿਕਟਮ ਦੱਸਣ ਵਾਲਾ ਲਖਵੀਰ ਸਿੰਘ ਲੰਡਾ ਹਰੀਕੇ ਆਉਣ ਵਾਲੇ ਕੁਝ ਮਹੀਨਿਆਂ ਦੇ ਵਿੱਚ ਇਸ RPG ਦੇ ਹਮਲੇ ਦੇ ਵਿੱਚ, ਜਿਸ ਵਿੱਚ ਉਹ ਕਹਿੰਦਾ ਕਿ ਉਹਦੀ ਇਨਵੋਲਵਮੈਂਟ ਨਹੀਂ ਸੀ, ਲੇਕਿਨ ਪੁਲਿਸ ਦੇ ਮੁਤਾਬਕ ਉਹਦੀ ਇਨਵੋਲਵਮੈਂਟ ਸੀ, ਉਸ ਤੋਂ ਬਾਅਦ ਅਚਾਨਕ ਇਸ ਦੇ ਕ੍ਰਾਈਮ ਦਾ ਗ੍ਰਾਫ ਵੱਧਦਾ ਹੈ। ਇਸ ਵੱਲੋਂ ਇੱਕ ਤੋਂ ਬਾਅਦ ਇੱਕ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ, ਦਵਾਇਆ ਗਿਆ। ਤਰਨਤਾਰਨ ਦੇ ਕੱਪੜਾ ਵਪਾਰੀ ਦਾ ਕਤਲ ਕੀਤਾ ਜਾਂਦਾ ਹੈ। ਸਬ ਇੰਸਪੈਕਟਰ ਦਿਲਬਾਗ ਸਿੰਘ ਦੀ ਜੀਪ ਦੇ ਥੱਲੇ ਇੱਕ ਬੰਬ ਲਾਉਣ ਦੀ ਕੋਸ਼ਿਸ਼ ਅੰਮ੍ਰਿਤਸਰ ਦੇ ਵਿੱਚ ਕੀਤੀ ਜਾਂਦੀ ਹੈ। ਹਾਲਾਂਕਿ ਉਹ ਘਟਨਾ, ਵਾਰਦਾਤ ਜਿਹੜੀ ਹੈ ਹੁੰਦੀ ਟਲ ਗਈ, ਉਹ ਨੁਕਸਾਨ ਕੋਈ ਉਸ ਲੈਵਲ ਦਾ ਨਹੀਂ ਹੋਇਆ। ਉਸ ਤੋਂ ਇਲਾਵਾ ਬਹੁਤ ਅਜਿਹੀਆਂ ਵਾਰਦਾਤਾਂ, ਸੁਧੀਰ ਸੂਰੀ ਦਾ ਜਿਹੜਾ ਕਤਲ ਹੁੰਦਾ ਹੈ, ਉਸ ਦੇ ਵਿੱਚ ਵੀ ਲਖਵੀਰ ਸਿੰਘ ਲੰਡੇ ਹਰੀਕੇ ਦੇ ਲੋਕਾਂ ਵੱਲੋਂ ਜਾਂ ਉਸ ਵੱਲੋਂ ਜ਼ਿੰਮੇਵਾਰੀ ਕਬੂਲਣ ਦੀ ਕੋਸ਼ਿਸ਼ ਕੀਤੀ ਗਈ। ਤੇ ਉਸ ਤੋਂ ਬਾਅਦ ਬਹੁਤ ਅਜਿਹੀਆਂ ਘਟਨਾਵਾਂ ਤੇ ਵਾਰਦਾਤਾਂ ਜਿਸ ਵਿੱਚ ਕਿ ਸਿੱਧੇ ਤਰੀਕੇ ਦੇ ਨਾਲ ਲਖਵੀਰ ਸਿੰਘ ਲੰਡੇ ਹਰੀਕੇ ਨੇ ਪੁਲਿਸ ਨੂੰ ਵੰਗਾਰਿਆ, ਪੰਜਾਬ ਪੁਲਿਸ ਨੂੰ ਚੈਲੰਜ ਕੀਤਾ, ਚੁਣੌਤੀ ਦਿੱਤੀ। ਸਬ ਇੰਸਪੈਕਟਰ ਦੀ ਜੀਪ ਉੱਤੇ ਬੰਬ ਲਾਉਣ ਦੀ ਕੋਸ਼ਿਸ਼ ਕਰਨਾ, ਕੁਝ ਅਜਿਹੇ ਲੋਕਾਂ ਨੂੰ ਇਹ ਕਹਿ ਕੇ ਮਾਰਨਾ ਕਿ ਪੁਲਿਸ ਦੇ ਉਹ ਖਬਰੀ ਸਨ, ਪੁਲਿਸ ਦੀ ਮੁਖਬਰੀ ਕਰਦੇ ਸਨ ਜਾਂ ਪੁਲਿਸ ਨੂੰ ਸੂਚਨਾ ਦਿੰਦੇ ਸਨ। ਸੋ ਤਰਨਤਾਰਨ ਦਾ ਜਿਹੜਾ ਕੱਪੜਾ ਵਪਾਰੀ, ਉਸ ਨੂੰ ਇਹ ਕਹਿ ਕੇ ਮਾਰਿਆ ਗਿਆ। ਇੱਕ ਯੂਰਪ ਦੇ ਵਿੱਚ ਕਤਲ ਕਰਾਉਣ, ਹੈਪੀ ਸੰਘੇੜੇ ਦਾ ਕਤਲ ਕਰਾਉਣ ਦੀ ਜ਼ਿੰਮੇਵਾਰੀ ਲਖਵੀਰ ਸਿੰਘ ਲੰਡੇ ਹਰੀਕੇ ਨੇ ਇਹ ਕਹਿ ਕੇ ਲਈ ਕਿ ਹੈਪੀ ਜਿਹੜਾ ਸੰਘੇੜਾ ਸੀ ਉਹ ਵੀ ਪੁਲਿਸ ਦੇ ਨਾਲ ਮਿਲ ਕੇ ਮੁਖਬਰੀ ਕਰ ਰਿਹਾ ਸੀ ਤੇ ਉਸ ਦੇ ਮੁੰਡੇ ਚੁਕਾ ਰਿਹਾ ਸੀ। ਹੁਣ ਇੱਕ ਬਹੁਤ ਹੀ ਹੈਰਾਨੀ ਭਰਿਆ ਰੁਝਾਨ ਸੀ, ਜਿੱਥੇ ਇੱਕ ਪਾਸੇ ਤਾਂ ਹਾਈ ਡੈਸੀਬਲ ਲਾਈਮਲਾਈਟ ਤੇ ਫੋਕਸ ਦੇ ਵਿੱਚ ਰਹਿ ਕੇ ਕੀਤੀਆਂ ਜਾਣ ਵਾਲੀਆਂ ਵਾਰਦਾਤਾਂ ਲੰਡੇ ਹਰੀਕੇ ਵੱਲੋਂ ਕਰਵਾਈਆਂ ਜਾ ਰਹੀਆਂ ਸਨ, ਪੁਲਿਸ ਨੂੰ ਲਗਾਤਾਰ ਚੈਲੰਜ ਕੀਤਾ ਜਾ ਰਿਹਾ ਸੀ, ਤੇ ਨਾਲ ਹੀ ਪੈਰਲਲੀ ਉਸ ਦੇ ਕ੍ਰਿਮੀਨਲ ਐਲੀਮੈਂਟਸ, ਖਾਸ ਕਰਕੇ ਘੱਟ ਉਮਰ ਦੇ, ਅਲੜ ਉਮਰ ਦੇ ਨੌਜਵਾਨ, ਇੱਕ ਚੰਗਾ ਖਾਸਾ ਬੇਸ ਜੋ ਉਸ ਦਾ ਤਰਨਤਾਰਨ ਹਰੀਕੇ ਬੋਗੇ ਦੇ ਇਲਾਕੇ ਦੇ ਸੀ, ਉਹਨਾਂ ਦੇ ਖਿਲਾਫ ਦਬਿਸ਼ ਕੀਤੀ ਗਈ ਤੇ ਦਰਜਨਾਂ ਦੀ ਗਿਣਤੀ ਦੇ ਵਿੱਚ ਗ੍ਰਿਫਤਾਰੀਆਂ ਹੋਈਆਂ। ਇਹ ਚੀਜ਼ ਰਿਕਾਰਡ ਦੀ ਗੱਲ ਹੈ। ਲਖਵੀਰ ਸਿੰਘ ਲੰਡਾ ਹਰੀਕੇ ਖੁਦ ਵੀ ਇਸ ਨੂੰ ਲੈ ਕੇ ਰੋਂਦਾ ਪਿੱਟਦਾ ਰਿਹਾ ਕਿ ਉਸ ਦੇ ਨਾਲ ਦੇ ਮੁੰਡੇ ਚੁੱਕੇ ਜਾ ਰਹੇ ਨੇ, ਕਈ ਮੁੰਡੇ ਨਜਾਇਜ਼ ਵੀ ਚੁੱਕੇ ਜਾ ਰਹੇ ਨੇ। ਲੇਕਿਨ ਰਿਕਾਰਡ ਦੀ ਗੱਲ ਹੈ, ਪੁਲਿਸ ਦਾ ਵੀ ਕਹਿਣਾ ਸੀ ਕਿ ਲਖਵੀਰ ਸਿੰਘ ਲੰਡੇ ਹਰੀਕੇ ਦੇ ਕ੍ਰਿਮੀਨਲ ਨੈਕਸਸ ਨੂੰ, ਨੈਟਵਰਕ ਨੂੰ ਤੋੜਤਾ ਗਿਆ। ਲੇਕਿਨ ਇਸ ਦੇ ਬਾਵਜੂਦ ਵੀ ਉਸ ਵੱਲੋਂ ਵਾਰਦਾਤਾਂ ਉਹ ਨਹੀਂ ਜੋ ਕਿ ਹੋਈਆਂ, ਬਲਕਿ ਫਰੌਤੀ ਦੀਆਂ ਕਾਲਾਂ, ਰੰਗਦਾਰੀ ਦੀ ਵਸੂਲੀ ਲਈ ਕੀਤੀਆਂ ਜਾਣ ਵਾਲੀਆਂ ਐਕਸਟੋਰਸ਼ਨ ਕਾਲਸ ਦੇ ਵਿੱਚ ਕੋਈ ਵੀ ਗਿਰਾਵਟ ਨਹੀਂ ਆ ਰਹੀ ਸੀ। ਮੋਗੇ ਦਾ ਇਲਾਕਾ ਤੇ ਬਹੁਤ ਹੋਰ ਇਲਾਕੇ, ਤਰਨਤਾਰਨ, ਪੱਟੀ, ਅੰਮ੍ਰਿਤਸਰ, ਜਿੱਥੇ ਕਿ ਲੋਕਾਂ ਤੋਂ ਪੈਸਾ ਮੰਗਿਆ ਜਾ ਰਿਹਾ ਸੀ। ਇੱਕ ਪਾਸੇ ਤਾਂ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਇਸ ਮਾਮਲੇ ਨੂੰ ਬਹੁਤ ਹੀ ਗੰਭੀਰਤਾ ਦੇ ਨਾਲ ਲੈ ਰਹੀ ਸੀ ਤੇ ਉਹਨਾਂ ਨੇ ਆਪਣੀ ਜਾਂਚ ਪੜਤਾਲ ਕਰਕੇ 1 ਸਾਲ ਦੇ ਵਕਫੇ ਦੇ ਵਿੱਚ ਨਤੀਜੇ ਦਿੱਤੇ ਨੇ ਤੇ ਅੱਜ ਲੰਡੇ ਹਰੀਕੇ ਦੀ ਜਾਇਦਾਦ ਤੱਕ ਕੁਰਕ ਹੋਣ ਦੀ ਨੌਬਤ ਆ ਚੁੱਕੀ ਹੈ। ਇਸ ਚੀਜ਼ ਦਾ ਦਰਦ ਤੇ ਇਸ ਚੀਜ਼ ਦੀ ਜਿਹੜੀ ਤਕਲੀਫ ਹੈ, ਉਸ ਨੂੰ ਭਾਵੇਂ ਹੋਵੇ ਜਾਂ ਨਾ ਹੋਵੇ, ਲੇਕਿਨ ਉਸਦੇ ਮਾਪਿਆਂ ਨੂੰ ਜ਼ਰੂਰ ਹੋਏਗੀ। ਕੁਝ ਮਹੀਨੇ ਪਹਿਲਾਂ ਇੱਕ YouTube ਚੈਨਲ ਉੱਤੇ ਉਸਦੇ ਮਾਪਿਆਂ ਦਾ ਇੰਟਰਵਿਊ ਆਇਆ, ਜਿਸ ਵਿੱਚ ਕਿ ਉਹਨਾਂ ਨੇ ਪੂਰੀ ਦੀ ਪੂਰੀ ਗੱਲਬਾਤ ਦੱਸੀ, ਲਖਵੀਰ ਸਿੰਘ ਲੰਡੇ ਹਰੀਕੇ ਦੇ ਨਾਲ ਜੋ ਕੁਝ ਹੋਇਆ, ਕਿਵੇਂ ਉਹ ਅੱਜ ਪੀੜਿਤ ਹੈਗੇ ਨੇ। ਲੰਡੇ ਦਾ ਪੂਰਾ ਪਰਿਵਾਰ ਅੱਜ ਕਿੱਡੀ ਪਰੇਸ਼ਾਨੀ ਦੇ ਵਿੱਚ ਹੈ, ਇਸ ਚੀਜ਼ ਦਾ ਅੰਦਾਜ਼ਾ ਤੁਸੀਂ ਨਹੀਂ ਲਗਾ ਸਕਦੇ। ਲੇਕਿਨ ਜਦੋਂ ਤੁਹਾਡੀਆਂ ਜਾਇਦਾਦਾਂ ਕੁਰਕ ਹੋ ਰਹੀਆਂ ਹੋਣ, ਉਸ ਵਕਤ ਤੁਸੀਂ ਸਹਿਜੇ ਹੀ ਇਸ ਚੀਜ਼ ਨੂੰ ਮਹਿਸੂਸ ਕਰ ਸਕਦੇ ਹੋ ਕਿ ਕਿਸੇ ਪਰਿਵਾਰ ਦੇ ਨਾਲ ਕੀ ਬੀਤਦੀ ਹੈ ਜਦੋਂ ਉਹਨਾਂ ਦਾ ਬੱਚਾ ਅਪਰਾਧਿਕ ਵਾਰਦਾਤਾਂ, ਦੇਸ਼ ਵਿਰੋਧੀ ਅੰਸਰਾਂ ਦੇ ਹੱਥਾਂ ਵਿੱਚ ਖੇਡ ਰਿਹਾ ਜਾਂ ਅਜਿਹੀਆਂ ਘਟਨਾਵਾਂ ਨੂੰ, ਵਾਰਦਾਤਾਂ ਨੂੰ ਅੰਜਾਮ ਦਵਾ ਰਿਹਾ ਜੋ ਕਿ ਹੋਰ ਲੋਕਾਂ ਦੀ ਜ਼ਿੰਦਗੀ ਨੂੰ ਨਰਕ ਬਣਾਏ ਹੋਏ ਹੈ। ਸੋ ਇਸ ਤਰੀਕੇ ਦੀਆਂ ਐਕਸਟੋਰਸ਼ਨ ਕਾਲਸ ਦਾ ਆਉਣਾ ਤੇ ਇਹ ਸਿਲਸਿਲਾ ਬਦਸਤੂਰ ਜਾਰੀ ਸੀ। ਲੇਕਿਨ ਬੀਤੇ ਕੁਝ ਮਹੀਨਿਆਂ ਤੋਂ ਲੰਡੇ ਹਰੀਕੇ ਦੀ ਗਤੀਵਿਧੀਆਂ ਦੇ ਵਿੱਚ ਕਮੀ ਆਈ ਹੈ। ਹੁਣ ਇਸ ਦੇ ਮਲਟੀਪਲ ਕਾਰਨ ਹੈਗੇ ਨੇ। ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਵੱਲੋਂ ਜਿਹੜੀ ਦਬਿਸ਼ ਜਾਂ ਜਿਹੜੀ ਸਖਤੀ ਕੀਤੀ ਗਈ ਹੈ, ਉਹ ਇੱਕ ਕਾਰਨ ਹੈ।
ਇਸ ਤੋਂ ਇਲਾਵਾ ਪੰਜਾਬ ਪੁਲਿਸ ਨੇ ਵੀ ਆਪਣਾ ਕੰਮ ਕੀਤਾ ਹੈ। ਮੇਰੇ ਇਸ ਚੈਨਲ ਦੇ ਉੱਤੇ ਹੀ ਆਪਾਂ ਰਿਪੋਰਟਾਂ ਬਣਾਈਆਂ ਨੇ। ਮੋਗੇ ਤੇ ਤਰਨਤਾਰਨ ਉੱਤੇ 2 ਅਲੱਗ ਰਿਪੋਰਟਸ ਡੈਡੀਕੇਟਿਡ ਸੀ, ਜਿਸ ਵਿੱਚ ਤਰਨਤਾਰਨ ਨੂੰ ਆਪਾਂ ਇੱਕ ਪ੍ਰੋਬਲਮ ਡਿਸਟ੍ਰਿਕਟ ਦੇ ਰੂਪ ਵਿੱਚ ਆਇਡੈਂਟੀਫਾਈ ਕਰਕੇ ਇੱਥੇ ਸਖਤ ਪੁਲਿਸ ਅਫਸਰ ਨੂੰ ਲਾਉਣ ਦੀ ਗੱਲ ਕੀਤੀ ਸੀ। ਪੰਜਾਬ ਸਰਕਾਰ ਨੇ ਅੱਜ ਤੋਂ ਕੁਝ ਮਹੀਨੇ ਪਹਿਲਾਂ ਗੁਰਮੀਤ ਸਿੰਘ ਚੌਹਾਨ ਨੂੰ, ਜੋ ਕਿ AGTF ਦੇ AIG ਸਨ, ਉਹਨਾਂ ਨੂੰ SSP ਲਾਇਆ ਤਰਨਤਾਰਨ ਦਾ। ਤੇ ਤਰਨਤਾਰਨ ਦੇ ਵਿੱਚ ਪਿਛਲੇ ਕਈ ਮਹੀਨਿਆਂ ਦੇ ਵਕਫੇ ਦੌਰਾਨ ਕਾਫੀ ਹਾਲਾਤ ਬਦਲੇ ਹੈਗੇ ਨੇ। ਇੱਕ ਪਾਸੇ ਜਿੱਥੇ ਪੰਜਾਬ ਪੁਲਿਸ ਤੇ ਖਾਸ ਕਰਕੇ ਜ਼ਿਲ੍ਹਾ ਪੁਲਿਸ ਦੀ ਕਾਰਵਾਈ ਨੇ ਗਰਾਊਂਡ ਆਪਰੇਟਿਵਸ ਦਾ ਜਿਹੜਾ ਨੈਟਵਰਕ ਲੰਡੇ ਹਰੀਕੇ ਦਾ ਸੀ, ਉਸ ਨੂੰ ਤੋੜਨ ਤੇ ਉਸ ਨੂੰ ਨਿਰਸਤ ਕਰਨ ਦੇ ਵਿੱਚ ਆਪਣਾ ਰੋਲ ਅਦਾ ਕੀਤਾ, ਜੋ ਕਿ ਕਾਫੀ ਇਫੈਕਟਿਵ ਰੋਲ ਕਿਹਾ ਜਾ ਸਕਦਾ ਹੈ। ਦੂਸਰੇ ਪਾਸੇ NIA ਨੇ ਕਾਨੂੰਨ ਦਾ ਜਿਹੜਾ ਸ਼ਿਕੰਜਾ ਸੀ ਉਸ ਨੂੰ ਖੂਬ ਕੱਸਿਆ ਹੈ। ਇਹ ਜਿੰਨੇ ਵੀ ਕੇਸ, ਚਾਹੇ ਉਸ ਨੂੰ ਪ੍ਰੋਕਲੇਮਡ ਅਫੈਂਡਰ ਭਗੌੜਾ ਕਰਾਰ ਦੇਣਾ ਹੈ, ਬੀਤੇ ਹਫਤੇ ਜੁਲਾਈ ਦੇ ਆਖਰੀ ਹਫਤੇ, ਅਗਸਤ ਦੇ ਪਹਿਲੇ ਹਫਤੇ ਦੌਰਾਨ ਇਹ ਸੂਚਨਾ NIA ਨੇ ਦਿੱਤੀ ਕਿ ਅਦਾਲਤ ਦੇ ਵਿੱਚ ਉਸ ਨੂੰ ਹੋਰ ਇਹ ਸਾਰੇ ਦੇ ਸਾਰੇ ਰਿੰਦੇ ਵਗੈਰਾ ਜਿੰਨੇ ਵੀ ਹੋਰ ਕ੍ਰਿਮੀਨਲ ਅੰਸਰ ਨੇ, ਇਹਨਾਂ ਦੇ ਨਾਲ ਭਗੌੜਾ ਐਲਾਨ ਕਰਤਾ ਗਿਆ। ਉਸ ਤੋਂ ਬਾਅਦ ਉਸ ਦੀਆਂ ਸੰਪਤੀਆਂ ਜਾਇਦਾਦਾਂ ਨੂੰ ਕੁਰਕ ਕਰਨ ਦਾ ਸਿਲਸਿਲਾ ਅੱਗੇ ਤੁਰ ਪੈਂਦਾ ਹੈ। ਇਹ ਸਾਰੇ ਦੇ ਸਾਰੇ ਜਿਹੜੇ ਪ੍ਰੋਸੈਸਿਸ ਨੇ ਫਾਈਨਲੀ ਇੱਕ ਅਜਿਹੀ ਦਿਸ਼ਾ ਦੇ ਵੱਲ ਇਸ ਪੂਰੇ ਦੇ ਪੂਰੇ ਮਾਮਲੇ ਨੂੰ ਲੈ ਕੇ ਜਾ ਰਹੇ ਨੇ, ਜਿੱਥੇ ਕਿ ਉਹ ਆਧਾਰ ਬਣੇ, ਇੱਕ ਉਹ ਦਿਨ ਆਵੇ ਜਦੋਂ ਕਿ ਲੰਡੇ ਹਰੀਕੇ ਨੂੰ ਕੈਨੇਡਾ ਦੇ ਵਿੱਚੋਂ ਫੜ ਕੇ ਵਾਪਸ ਭਾਰਤ ਲਿਆਂਦਾ ਜਾ ਸਕੇ। ਨਾ ਸਿਰਫ ਲੰਡਾ ਹਰੀਕੇ, ਬਲਕਿ ਰਮਨ ਜੱਜ, ਦਲੇਰ ਕੋਟੀਆ ਜਾਂ ਫਿਰ ਰਿੰਦਾ ਸੰਧੂ, ਪਾਕਿਸਤਾਨ ਦੇ ਵਿੱਚ ਉਸ 'ਤੇ ਬੈਠੇ ਹੋਣ ਦੀਆਂ ਗੱਲਾਂ ਬਾਤਾਂ ਉੱਠਦੀਆਂ ਨੇ, ਕਈ ਵਾਰ ਮਰਨ ਤੇ ਜਿੰਦੇ ਹੋਣ ਦੀਆਂ ਵੀ ਗੱਲਾਂ ਬਾਤਾਂ ਆਉਂਦੀਆਂ ਰਹਿੰਦੀਆਂ ਨੇ। ਲੇਕਿਨ ਇੱਕ ਹੋਰ ਅਜਿਹਾ ਫੈਕਟਰ ਜਿਸ ਦਾ ਮੈਂ ਅੱਜ ਦੀ ਇਸ ਰਿਪੋਰਟ ਦੇ ਵਿੱਚ ਜਾਂਦੇ ਜਾਂਦੇ ਜ਼ਿਕਰ ਕਰਨਾ ਚਾਹਾਂਗਾ, ਲਖਬੀਰ ਸਿੰਘ ਲੰਡੇ ਹਰੀਕੇ ਦੀਆਂ ਵਾਰਦਾਤਾਂ ਨੂੰ ਰੋਕਣ ਦੇ ਵਿੱਚ ਇੱਕ ਬੜੀ ਵੱਡੀ ਭੂਮਿਕਾ ਕੁਝ ਅਜਿਹੇ ਨਾਨ ਸਟੇਟ ਐਕਟਰਸ ਦੀ ਵੀ ਹੈ, ਜਿਸ ਦੀਆਂ ਮੈਂ ਅੱਜ ਕੁਝ ਕਲਿੱਪਸ ਤੇ ਕੁਝ ਤਸਵੀਰਾਂ ਤੁਹਾਡੇ ਨਾਲ ਸ਼ੇਅਰ ਕਰਾਂਗਾ। ਹੁਣ ਇਹ ਆਪਣੇ ਆਪ ਦੇ ਵਿੱਚ ਇੱਕ ਸਹੀ ਹੱਥਕੰਡਾ ਤਾਂ ਨਹੀਂ ਹੈ, ਲੇਕਿਨ ਲੰਡੇ ਹਰੀਕੇ ਵੱਲੋਂ ਫਿਰੌਤੀਆਂ ਮੰਗਣ ਦਾ ਜਿਹੜਾ ਸਿਲਸਿਲਾ ਅੰਮ੍ਰਿਤਸਰ ਤਰਨਤਾਰਨ ਇਸ ਬਾਰਡਰ ਬੈਲਟ ਦੇ ਵਿੱਚ ਜਿਸ ਧੜੱਲੇ ਦੇ ਨਾਲ ਚੱਲਦਾ ਪਿਆ ਸੀ, ਇਹ ਮਹਿਸੂਸ ਹੋਇਆ ਕਿ ਪੁਲਿਸ ਤੇ NIA ਆਪਣਾ ਕੰਮ ਕਰੇ ਸੋ ਕਰੇ, ਲੇਕਿਨ ਕੁਝ ਅਜਿਹੇ ਲੋਕ ਜਿਨ੍ਹਾਂ ਨੂੰ ਇਹ ਧਮਕੀ ਭਰੀਆਂ ਕਾਲਾਂ ਆਈਆਂ, ਉਹਨਾਂ ਵੱਲੋਂ ਕੁਝ ਫਿਰ ਅਜਿਹੇ ਲੋਕਾਂ ਦੇ ਨਾਲ, ਮੈਂ ਕਹਾਂਗਾ ਕਿ ਸ਼ਕਤੀਸ਼ਾਲੀ ਲੋਕ ਹੀ ਹੋਣਗੇ, ਤੇ ਇਹਨਾਂ ਜਿਹੜੇ ਕੁਝ ਮੈਂ ਸਟਿਲਸ ਤੁਹਾਨੂੰ ਦਿਖਾਵਾਂਗਾ, ਇਹਨਾਂ ਦੀ ਵੀਡੀਓਜ਼ ਮੇਰੇ ਕੋਲ ਅਵੇਲੇਬਲ ਨੇ, ਲੇਕਿਨ ਮੈਂ ਵੀਡੀਓ ਨਹੀਂ ਤੁਹਾਡੇ ਨਾਲ ਸ਼ੇਅਰ ਕਰ ਸਕਦਾ ਫॉर ਸਰਟਨ ਰੀਜ਼ਨਸ। ਲੇਕਿਨ ਇਹਨਾਂ ਸਟਿਲਸ ਦੇ ਵਿੱਚ ਇਹ ਜਿਹੜੇ ਘਰਾਂ ਦੇ ਬਾਹਰ ਦਬਿਸ਼ ਕੀਤੀ ਗਈ, ਇਹ ਕੁਝ ਅਜਿਹੇ ਨਾਨ ਸਟੇਟ ਐਕਟਰਸ ਵੱਲੋਂ ਕੀਤੀ ਗਈ, ਜਿਨ੍ਹਾਂ ਦੇ ਬਾਰੇ ਮੈਨੂੰ ਜ਼ਿਆਦਾ ਪਤਾ ਨਹੀਂ ਹੈ। ਲੇਕਿਨ ਲਖਬੀਰ ਸਿੰਘ ਲੰਡੇ ਹਰੀਕੇ ਦੇ ਘਰ, ਚਾਹੇ ਉਸ ਦੇ ਮਾਪਿਆਂ ਦਾ ਘਰ ਹੋਵੇ ਜਾਂ ਫਿਰ ਉਸ ਦੇ ਰਿਸ਼ਤੇਦਾਰਾਂ, ਉਸ ਦੇ ਭੈਣ ਦਾ ਘਰ ਹੋਵੇ, ਉਹਨਾਂ ਘਰਾਂ ਦੇ ਵਿੱਚ ਕੁਝ ਅਜਿਹੇ ਹਥਿਆਰਬੰਦ ਲੋਕ ਆਪਣੇ ਚਿਹਰਿਆਂ ਦੇ ਉੱਤੇ ਮਾਸਕ ਪਾ ਕੇ ਕਵਰ ਕਰਕੇ ਜਾਂਦੇ ਹੋਏ ਨਜ਼ਰ ਆਉਂਦੇ ਨੇ ਇਹਨਾਂ ਕੁਝ ਸਟਿਲਸ ਦੇ ਵਿੱਚ, ਜੋ ਕਿ ਮੈਂ ਤੁਹਾਡੇ ਸਾਹਮਣੇ ਰੱਖਦਾ ਪਿਆ ਹਾਂ। ਜਿਸ ਤੋਂ ਬਾਅਦ ਕਿ ਇਹਨਾਂ ਦੇ ਘਰਦਿਆਂ ਨੂੰ ਸਮਝਾਇਆ ਜਾਂਦਾ ਹੈ, ਹੁਣ ਉਸ ਨੂੰ ਧਮਕਾਇਆ ਜਾਣਾ ਕਹੀਏ, ਸਮਝਾਇਆ ਜਾਣਾ ਕਹੀਏ। ਇਹ ਜਿਹੜੇ ਲੋਕ ਆਏ ਸੀ, ਇਹਨਾਂ ਦੀ ਕੀ ਪਛਾਣ ਸੀ, ਇਹ ਮੈਨੂੰ ਵੀ ਨਹੀਂ ਪਤਾ, ਲੇਕਿਨ ਫਰਵਰੀ 2023 ਦੇ ਮਹੀਨੇ ਦੇ ਵਿੱਚ ਗੈਂਗਸਟਰ ਤੇ ਕ੍ਰਿਮੀਨਲ ਦੇ ਘਰਾਂ ਦੇ ਵਿੱਚ ਵੀ ਤਕਰੀਬਨ ਉਸੇ ਫਿਤਰਤ ਦੇ, ਉਸੇ ਕਿਰਦਾਰ ਦੇ ਲੋਕ ਪਹੁੰਚ ਜਾਂਦੇ ਨੇ ਤੇ ਉਹਨਾਂ ਦੇ ਘਰਦਿਆਂ ਦੇ ਉੱਤੇ ਇਸ ਤਰੀਕੇ ਦਾ ਦਬਾਅ ਬਣਾਇਆ ਜਾਂਦਾ ਹੈ ਕਿ ਇਹ ਸਿਲਸਿਲਾ ਬੰਦ ਹੋਵੇ। ਹੁਣ ਆਪਾਂ ਇਸ ਨੂੰ ਇੱਕ ਇਤਫਾਕ ਸਮਝੀਏ ਜਾਂ ਫਿਰ ਕਿਸੇ ਰੁਝਾਨ ਦਾ ਸਿੱਟਾ, ਲੇਕਿਨ ਉਹ ਕ੍ਰਿਮੀਨਲ ਜੋ ਕਿ ਲੋਕਾਂ ਲਈ ਦਿੱਕਤਾਂ ਖੜੀਆਂ ਕਰ ਰਹੇ ਸਨ, ਲੋਕਾਂ ਤੋਂ ਫਿਰੌਤੀਆਂ ਵਸੂਲਣ ਦੇ ਕਾਰੋਬਾਰ ਦੇ ਵਿੱਚ ਲੱਗੇ ਹੋਏ ਸਨ, ਇੱਕ ਫੋਨ ਕਾਲ ਦੇ ਉੱਤੇ ਕਈ ਲੱਖ, ਕਈ ਕਰੋੜ ਦੀ ਡਿਮਾਂਡਸ ਕਰਦੇ ਆ ਰਹੇ ਸਨ, ਪੁਲਿਸ ਦੇ ਮੁਖਬਰ ਕਹਿ ਕੇ ਲੋਕਾਂ ਨੂੰ ਮਾਰਦੇ ਪਏ ਸਨ, ਲੋਕਾਂ ਦੀਆਂ ਹੱਤਿਆਵਾਂ ਕਰ ਰਹੇ ਸਨ, ਉਹਨਾਂ ਦੇ ਆਪਣੇ ਘਰਾਂ ਦੇ ਵਿੱਚ ਕੁਝ ਅਜਿਹੇ ਹਥਿਆਰਬੰਦ ਲੋਕ ਪਹੁੰਚ ਜਾਂਦੇ ਨੇ, ਜੋ ਕਿ ਘਰ ਦੇ ਇਹਨਾਂ ਦੇ ਬਸ਼ਿੰਦਿਆਂ ਨੂੰ ਸਮਝਾਉਂਦੇ ਨੇ ਜਾ ਕੇ। ਉਸ ਤੋਂ ਬਾਅਦ ਪਿਛਲੇ ਕਈ ਮਹੀਨਿਆਂ ਦੌਰਾਨ ਲਖਬੀਰ ਸਿੰਘ ਲੰਡੇ ਹਰੀਕੇ ਵੱਲੋਂ ਕਰਵਾਈਆਂ ਗਈਆਂ ਵਾਰਦਾਤਾਂ ਦੇ ਵਿੱਚ ਇੱਕ ਸਿਗਨੀਫੀਕੈਂਟ, ਜਿਸ ਨੂੰ ਕਹਿ ਸਕਦੇ ਹਾਂ ਕਿ ਆਬਜ਼ਰਵੇਸ਼ਨ ਕਰਨ ਲਾਇਕ ਨਿਗਾਰ ਹੈ, ਗਿਰਾਵਟ ਦੇਖੀ ਗਈ ਹੈ, ਜੋ ਕਿ ਸਾਡੇ ਸਮਾਜ ਲਈ ਚੰਗੀ ਗਿਰਾਵਟ ਹੈ, ਕਿਉਂਕਿ ਇਹ ਸਿਲਸਿਲਾ ਬੰਦ ਹੋਣਾ ਚਾਹੀਦਾ ਸੀ। ਹਾਲਾਂਕਿ ਇਹ ਇਸ ਚੀਜ਼ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ, ਬਹੁਤ ਸੇ ਲੋਕ ਰਿਪੋਰਟ ਨਹੀਂ ਕਰਦੇ ਕ੍ਰਾਈਮਸ ਨੂੰ, ਜਾਂ ਇਸ ਤਰੀਕੇ ਦੀਆਂ ਜਿਹੜੀ ਐਕਸਟੋਰਸ਼ਨ ਕਾਲਸ ਆਉਂਦੀਆਂ ਨੇ, ਤੇ ਕੀ ਕਿਸੇ ਪਾਰਟਿਕੂਲਰ ਇਲਾਕੇ ਦੇ ਵਿੱਚ ਹੀ ਐਕਸਟੋਰਸ਼ਨ ਕਾਲਸ ਆਉਣ ਦਾ ਸਿਲਸਿਲਾ ਬੰਦ ਹੋਇਆ ਹੈ, ਰੁਝਾਨ ਬੰਦ ਹੋਇਆ ਹੈ, ਇਹ ਨਹੀਂ ਕਿਹਾ ਜਾ ਸਕਦਾ। ਲੇਕਿਨ ਇਹ ਫੈਕਟ ਹੈ ਕਿ ਲੰਡੇ ਹਰੀਕੇ ਦੀਆਂ ਗਤੀਵਿਧੀਆਂ ਪਿਛਲੇ ਕੁਝ ਮਹੀਨਿਆਂ ਦੌਰਾਨ ਲਗਾਤਾਰ ਘਟੀਆਂ ਹੈਗੀਆਂ ਨੇ, ਤੇ ਅਗਸਤ ਦੇ ਮਹੀਨੇ ਯਾਨੀ ਕਿ ਇਸੇ ਮਹੀਨੇ ਦੇ ਵਿੱਚ ਉਸ ਨੂੰ PO ਡਿਕਲੇਅਰ ਕਰਨਾ ਤੇ ਫਿਰ ਬਾਅਦ ਦੇ ਵਿੱਚ ਉਸ ਦੀਆਂ ਜਾਇਦਾਦਾਂ ਕੁਰਕ ਕਰਨਾ। ਇਹਨਾਂ ਸਾਰੀਆਂ ਗੱਲਾਂ ਬਾਤਾਂ ਤੇ ਜਾਣਕਾਰੀਆਂ ਤੋਂ ਆਪਾਂ ਸਮਝ ਇਹ ਪਾ ਰਹੇ ਹਾਂ ਕਿ ਹਰ ਪਾਸਿਓਂ ਜਿਹੜਾ ਸ਼ਿਕੰਜਾ ਹੈ ਉਹ ਲੰਡੇ ਹਰੀਕੇ ਦੇ ਖਿਲਾਫ ਬੀਤੇ 1 ਸਾਲ ਦੌਰਾਨ ਕੱਸਿਆ ਹੈ। ਜਿਸ ਤੇਜ਼ੀ ਦੇ ਨਾਲ ਉਸ ਦਾ ਇੱਕ ਅੰਡਰਵਰਲਡ ਦੇ ਵਿੱਚ ਮਿਟਿਓਰਿਕ ਰਾਈਜ਼ ਹੁੰਦਾ ਹੈ, ਉਸੇ ਤੇਜ਼ੀ ਦੇ ਨਾਲ ਉਸ ਦੀ ਅਪਰਾਧਿਕ ਵਾਰਦਾਤਾਂ ਦੇ ਵਿੱਚ ਗਿਰਾਵਟ ਆਈ ਹੈ, ਤੇ ਇਹ ਗਿਰਾਵਟ ਸਾਡੇ ਸਿਸਟਮ, ਸਾਡੇ ਸਮਾਜ, ਸਾਡੇ ਪੰਜਾਬ ਲਈ ਬਹੁਤ ਚੰਗੀ ਗਿਰਾਵਟ ਹੈ। ਇਸ ਤਰੀਕੇ ਦੇ ਕ੍ਰਿਮੀਨਲਸ ਤੇ ਹੋਰ ਅਜਿਹੇ ਬਹੁਤ ਸੇ ਕ੍ਰਿਮੀਨਲ ਲਈ ਸਬਕ ਵੀ ਹੈ। ਨਾ ਸਿਰਫ ਉਹਨਾਂ ਦੀ ਜਾਇਦਾਦਾਂ ਕੁਰਕ ਹੋ ਰਹੀਆਂ ਨੇ, ਲੇਕਿਨ ਉਹਨਾਂ ਨੂੰ ਇਹ ਵੀ ਘੂਰੀ ਵੱਟਦੀ ਗਈ ਹੈ ਕਿ ਜੇ ਤੁਸੀਂ ਲੋਕਾਂ ਦੀਆਂ ਪਰੇਸ਼ਾਨੀਆਂ ਵਧਾਓਗੇ, ਤੁਸੀਂ ਲੋਕਾਂ ਦੀ ਸਾਧਾਰਨ ਜ਼ਿੰਦਗੀਆਂ ਦੇ ਵਿੱਚ ਖਲਲ ਪੈਦਾ ਕਰੋਗੇ, ਨੁਕਸਾਨ ਉਹਨਾਂ ਨੂੰ ਪਹੁੰਚਾਉਣ ਦੀ ਕੋਸ਼ਿਸ਼ ਕਰੋਗੇ, ਉਹਨਾਂ ਦੀ ਜ਼ਿੰਦਗੀ ਦੇ ਵਿੱਚ ਅਸ਼ਾਂਤੀ ਫੈਲਾਓਗੇ, ਡਰ, ਦਹਿਸ਼ਤ ਫੈਲਾ ਕੇ,
ਤਾਂ ਫਿਰ ਤੁਹਾਡੇ ਘਰ ਵੀ ਮਹਿਫੂਜ਼ ਨਹੀਂ ਨੇ। ਹਾਲਾਂਕਿ ਇਸ ਤਰੀਕੇ ਦੇ ਪੈਂਤੜਿਆਂ ਨੂੰ ਮੈਂ ਬਿਲਕੁਲ ਵੀ ਜਸਟੀਫਾਈ ਨਹੀਂ ਕਰਦਾ। ਕਿਸੇ ਵੀ ਅਜਿਹੇ ਵਿਅਕਤੀ ਨੂੰ ਉਸਦੇ ਕਿਸੇ ਰਿਸ਼ਤੇਦਾਰ, ਉਸਦੇ ਕਿਸੇ ਜਾਣਕਾਰ ਜੋ ਕਿ ਅਪਰਾਧ ਜਗਤ ਦੇ ਵਿੱਚ ਇਨਵੋਲਵਡ ਹੈ, ਉਸ ਕਰਕੇ ਵਿਕਟਮ ਨਹੀਂ ਬਣਾਇਆ ਜਾ ਸਕਦਾ। ਉਸ ਕਰਕੇ ਉਸ ਨੂੰ ਤੁਸੀਂ ਸਟਿਗਮੈਟਾਈਜ਼ ਨਹੀਂ ਕਰ ਸਕਦੇ, ਉਸ ਨੂੰ ਤੁਸੀਂ ਧਮਕਾ ਨਹੀਂ ਸਕਦੇ। ਲੇਕਿਨ ਇਹ ਉਹ ਹੱਥਕੰਡੇ ਨੇ ਜੋ ਕਿ ਵਰਤੇ ਗਏ ਨੇ। ਇਹ ਹਥਿਆਰਬੰਦ ਲੋਕ, ਨਕਾਬ ਪੋਸ਼ ਜਿਹੜੇ ਲੋਕ ਹੈਗੇ ਨੇ, ਕੌਣ ਹੈਗੇ ਨੇ? ਇਹਨਾਂ ਦੇ ਨਾਲ ਕੁਝ ਪੁਲਿਸ ਦੀ ਵਰਦੀ ਦੇ ਵਿੱਚ ਮੁਲਾਜ਼ਮ ਵੀ ਰਹੇ ਨੇ। ਸੋ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਵੱਖਵਾਦ ਦੇ ਦੌਰ ਦੇ ਦੌਰਾਨ ਹਿੰਸਾ ਦੇ ਚੱਕਰ ਨੂੰ ਰੋਕਣ ਲਈ ਜਿਹੜੇ ਪੈਂਤੜੇ ਵਰਤੇ ਗਏ ਏਜੰਸੀਆਂ ਵੱਲੋਂ, ਪੁਲਿਸ ਵੱਲੋਂ, ਜਿਸ ਤਹਿਤ ਕਿ ਨੌਨ ਸਟੇਟ ਐਕਟਰਸ ਨੂੰ ਵਰਤ ਕੇ ਹੀ ਫਿਰ ਉਸ ਮੂਵਮੈਂਟ ਨੂੰ ਕਰਵ ਕੀਤਾ ਗਿਆ, ਉਹਨਾਂ ਹੀ ਪੈਂਤੜਨ ਦੀ ਵਰਤੋਂ ਮੈਨੂੰ ਇਸ ਪਰਟੀਕੂਲਰ ਕੇਸ ਦੇ ਵਿੱਚ ਹੁੰਦੀ ਹੋਈ ਦੁਬਾਰਾ ਨਜ਼ਰ ਆਈ ਹੈ। ਹਾਲਾਂਕਿ ਪੁਲਿਸ ਸਮਰੱਥ ਹੈ। ਪੰਜਾਬ ਪੁਲਿਸ ਤੋਂ ਲੈ ਕੇ NIA ਵਰਗੀਆਂ ਏਜੰਸੀਆਂ ਇਹਨਾਂ ਮਾਮਲਿਆਂ ਦੇ ਵਿੱਚ ਬਹੁਤ ਹੀ ਸ਼ਿੱਦਤ ਦੇ ਨਾਲ ਪਿਛਲੇ 1 ਸਾਲ ਤੋਂ ਕਾਰਵਾਈ ਕਰਦੀਆਂ ਪਾ ਰਹੀਆਂ ਨੇ। ਲੇਕਿਨ ਬਹੁਤ ਸੇ ਅਜਿਹੇ ਲੋਕ ਹੋ ਸਕਦੇ ਨੇ ਜਿਨ੍ਹਾਂ ਵੱਲੋਂ ਇਹਨਾਂ ਅਜਿਹੇ ਅਨਸਰਾਂ ਦੀ ਵਰਤੋਂ ਕੀਤੀ ਗਈ ਹੈ। ਆਈ ਡੋਂਟ ਹੈਵ ਐਨੀ ਆਈਡੀਆ ਔਰ ਕਲੂ। ਮੇਰੇ ਕੋਲੇ ਕੁਝ ਤਸਵੀਰਾਂ ਹੱਥ ਲੱਗੀਆਂ, ਕੁਝ ਕਲਿੱਪਸ ਹੱਥ ਲੱਗੀਆਂ, ਜਿਨ੍ਹਾਂ ਤੋਂ ਮੈਂ ਇਹ ਨਿਸ਼ਕਰਸ਼ ਕੱਢਿਆ। ਤੇ ਅੱਜ ਦੀਆਂ ਤਸਵੀਰਾਂ ਨਹੀਂ ਹੈਗੀਆਂ ਨੇ ਕਿ ਆਪਾਂ ਨੂੰ 2, 4, 5 ਦਿਨ ਪਹਿਲਾਂ, ਹਫ਼ਤੇ ਪਹਿਲਾਂ ਮਿਲ ਗਈਆਂ, ਬਲਕਿ ਮੇਰੇ ਕੋਲ ਮਾਰਚ ਦੇ ਮਹੀਨੇ ਤੋਂ ਹੀ ਇਹ ਕਲਿੱਪਸ ਆਉਣੀਆਂ ਸ਼ੁਰੂ ਹੋ ਚੁੱਕੀਆਂ ਸਨ। ਲੇਕਿਨ ਅੱਜ ਇਸ ਰਿਪੋਰਟ ਨੂੰ ਬਹੁਤ ਮਹੀਨਿਆਂ ਬਾਅਦ ਆਪਾਂ ਕਿਸੇ ਕੰਟੈਕਸਟ ਦੇ ਵਿੱਚ ਬਣਾ ਰਹੇ ਹਾਂ। ਜਾਇਦਾਦਾਂ ਦੀ ਜਿਹੜੀ ਕੁਰਕੀ ਲੰਡੇ ਹਰੀਕੇ ਦੀ ਹੋਈ ਹੈ, ਉਸ ਸੰਦਰਭ ਦੇ ਵਿੱਚ ਇਸ ਰਿਪੋਰਟ ਨੂੰ ਬਣਦੇ ਮੌਕੇ ਮੈਂ ਮਹਿਸੂਸ ਕੀਤਾ ਕਿ ਆਪਾਂ ਇਸ ਨੁਕਾਤ ਯਾਨੀ ਕਿ ਇਸ ਤੀਸਰੇ ਢੰਗ ਤਰੀਕੇ, ਯਾਨੀ ਕਿ ਇੱਕ ਪਾਸੇ NIA ਦਾ ਡੰਡਾ, UAP ਦਾ ਡੰਡਾ, ਦੂਸਰੇ ਪਾਸੇ ਪੰਜਾਬ ਅਤੇ ਜ਼ਿਲ੍ਹਾ ਪੁਲਿਸ ਦਾ ਦਬਾਅ, ਤੇ ਤੀਸਰੇ ਪਾਸੇ ਇਸ ਤਰੀਕੇ ਦੇ ਅਨਸਰਾਂ ਦੀ ਵਰਤੋਂ ਕਰਕੇ ਇਹ ਸੁਨੇਹਾ ਭੇਜਣਾ, ਮੈਸੇਜ ਭੇਜਣਾ, ਲੰਡੇ ਹਰੀਕੇ ਦਾ ਪਰਿਵਾਰ ਸੁਰੱਖਿਅਤ ਹੈ, ਉਸਦੇ ਮਾਪਿਓ ਤੇ ਉਸਦੇ ਹੋਰ ਰਿਸ਼ਤੇਦਾਰਾਂ ਨੂੰ ਕੋਈ ਅਜਿਹਾ ਖਤਰਾ ਨਹੀਂ ਹੈ ਅੱਜ ਦੀ ਤਰੀਕ ਦੇ ਵਿੱਚ। ਉਹ ਆਪਣੇ ਘਰੇ ਸੇਫ ਐਂਡ ਸਾਊਂਡ ਹੈਗੇ ਨੇ। ਲੇਕਿਨ ਸ਼ਾਇਦ ਉਹ ਜਿਹੜੇ ਸਬਕ ਦੇਣੇ ਸੀ ਇਸ ਕਾਰਵਾਈ ਦੇ ਨਾਲ, ਉਹ ਲੋਕ ਦੇਣ ਵਿੱਚ ਕਾਮਯਾਬ ਹੋਏ ਹੈਗੇ ਨੇ। ਹਾਲਾਂਕਿ ਇਸ ਰਿਪੋਰਟ ਦੇ ਵਿੱਚ ਆਪਾਂ ਜਸਟੀਫਾਈ ਨਹੀਂ ਕਰਦੇ ਇਸ ਤਰੀਕੇ ਦੇ ਵਤੀਰੇ ਨੂੰ। ਕਿਸੇ ਵੀ ਨੌਨ ਸਟੇਟ ਐਕਟਰ ਦਾ ਲੋਕਾਂ ਦਾ ਘਰਾਂ ਦੇ ਵਿੱਚ ਜਾ ਕੇ ਹਥਿਆਰਬੰਦ, ਨਕਾਬਪੋਸ਼ ਬਣ ਕੇ ਜਾਣਾ ਤੇ ਮਹਿਲਾਵਾਂ ਤੱਕ ਨੂੰ ਧਮਕਾਉਣਾ, ਇਹ ਬਿਲਕੁਲ ਵੀ ਨਾਕਾਬਿਲੇ ਬਰਦਾਸ਼ਤ ਐਕਟੀਵਿਟੀ ਹੈ। ਲੇਕਿਨ ਇਸ ਕੇਸ ਦੇ ਵਿੱਚ ਆਪਾਂ ਕਿਉਂਕਿ ਇੱਕ ਸਿਚੁਏਸ਼ਨ ਨੂੰ ਸਮਝਣ ਤੇ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰਦੇ ਪਏ ਹਾਂ, ਇਸ ਵਾਸਤੇ ਸਾਡੇ ਲਈ ਇਸ ਚੀਜ਼ ਨੂੰ ਹਾਈਲਾਈਟ ਕਰਨਾ ਤੇ ਇਸ ਚੀਜ਼ ਨੂੰ ਦੱਸਣਾ ਜ਼ਰੂਰੀ ਹੈ ਕਿ ਇਸ ਘਟਨਾ ਦੇ ਕਾਰਨ ਵੀ ਉਹ ਸਾਰਾ ਦਾ ਸਾਰਾ ਜਿਹੜਾ ਰੁਝਾਨ ਹੈ, ਉਸ ਦੇ ਵਿੱਚ ਇੱਕ ਪਰਿਵਰਤਨ ਫਰਵਰੀ ਜਾਂ ਮਾਰਚ ਦੇ ਮਹੀਨਿਆਂ ਤੋਂ ਬਾਅਦ ਦੇਖਣ ਦੇ ਵਿੱਚ ਮਿਲਿਆ ਹੈ। ਮੇਰੀ ਅੱਜ ਦੀ ਇਸ ਰਿਪੋਰਟ ਵਿੱਚ ਕਈ ਪਹਿਲੂ ਉੱਭਰੇ ਨੇ, ਲੇਕਿਨ ਸਭ ਤੋਂ ਅਹਿਮ ਪੱਖ ਜੋ ਕਿ ਮੈਨੂੰ ਉੱਭਰਦਾ ਨਜ਼ਰ ਆ ਰਿਹਾ ਉਹ ਇਹ ਹੈ ਕਿ ਜਾਂਚ ਏਜੰਸੀਆਂ ਹੁਣ ਅਜਿਹੇ ਕ੍ਰਿਮੀਨਲਸ ਨੂੰ ਬਰਦਾਸ਼ਤ ਕਰਨ ਨੂੰ, ਚੱਲਣ ਨੂੰ ਤਿਆਰ ਨਹੀਂ ਹੈਗੀਆਂ ਨੇ। ਸੋ ਬੇਸ਼ੱਕ ਇੱਕ ਬਹੁਤ ਘੱਟ ਸਮਾਂ ਰਿਹਾ ਜਿਸ ਦੌਰਾਨ ਕ੍ਰਿਮੀਨਲ ਜਗਤ ਦੇ ਵਿੱਚ ਲੰਡੇ ਹਰੀਕੇ ਉੱਤੇ ਸਪੌਟਲਾਈਟ ਰਹੀ, ਲੇਕਿਨ ਉਸ ਦੇ ਖਿਲਾਫ ਕਾਰਵਾਈ ਮਜ਼ਬੂਤੀ ਦੇ ਨਾਲ, ਦ੍ਰਿੜਤਾ ਦੇ ਨਾਲ ਜਿਹੜੀ ਹੈ ਜਾਂਚ ਏਜੰਸੀਆਂ ਨੇ ਅੱਗੇ ਤੋਰੀ ਹੈ। ਤੇ ਆਸ ਇਹਨਾਂ ਜਾਂਚ ਏਜੰਸੀਆਂ ਤੋਂ ਇਹ ਵੀ ਹੈ ਕਿ ਹੋਰ ਕ੍ਰਿਮੀਨਲ ਸਿੰਡੀਕੇਟ ਤੇ ਕ੍ਰਿਮੀਨਲ ਖਿਲਾਫ ਵੀ ਅਜਿਹੀ ਸਖਤ ਕਾਰਵਾਈ ਅੱਗੇ ਵਧਣੀ ਚਾਹੀਦੀ ਹੈ। ਕਾਰਵਾਈ ਹੋ ਵੀ ਰਹੀ ਹੈ, ਲੇਕਿਨ ਲੋਕ ਆਸ ਇਹ ਜ਼ਰੂਰ ਕਰਦੇ ਨੇ ਕਿ ਉਹ ਕ੍ਰਿਮੀਨਲ ਗੈਂਗਸਟਰ ਜੋ ਕਿ ਜੇਲ੍ਹਾਂ ਦੇ ਵਿੱਚੋਂ ਬੈਠ ਕੇ ਇੱਕ ਨਹੀਂ ਬਲਕਿ 2-2, 3-3 ਵਾਰ ਇੱਕ ਇਸ ਸਿਸਟਮ ਨੂੰ ਚੁਣਾਉਂਦਿਆਂ ਹੋਇਆਂ ਇੰਟਰਵਿਊਆਂ ਦਿੰਦੇ ਨੇ, ਉਹਨਾਂ ਦੇ ਖਿਲਾਫ ਇਸ ਤਰੀਕੇ ਦੀਆਂ ਕਾਰਵਾਈਆਂ ਕਦੋਂ ਹੋਣਗੀਆਂ? ਉਹ ਗੈਂਗਸਟਰ ਜੋ ਕਿ ਅਦਾਲਤਾਂ ਦੇ ਵਿੱਚ ਗੰਭੀਰ ਅਪਰਾਧਿਕ ਮੁਕੱਦਮਿਆਂ ਦੇ ਵਿੱਚ ਹਾਜ਼ਰੀ ਨਹੀਂ ਭਰਦੇ, ਲੇਕਿਨ ਹੋਰ ਸੂਬਿਆਂ ਦੀਆਂ ਪੁਲਿਸ ਮਹਿਕਮੇ, ਜਾਂਚ ਏਜੰਸੀਆਂ ਉਹਨਾਂ ਨੂੰ ਰਿਮਾਂਡਾਂ ਤੇ ਚੱਕੀ ਤੁਰੀ ਫਿਰਦੀਆਂ ਨੇ, ਉਹਨਾਂ ਦੇ ਖਿਲਾਫ ਸ਼ਿਕੰਜਾ ਕਦੋਂ ਕੱਸੇਗਾ? ਸੋ ਜ਼ਿਆਦਾ ਗੱਲਾਂ ਬਾਤਾਂ ਨਾ ਕਰਦੇ ਹੋਏ ਮੈਂ ਅੱਜ ਦੀ ਇਸ ਰਿਪੋਰਟ ਨੂੰ ਇੱਥੇ ਵਾਈਂਡ ਅਪ ਕਰਨਾ ਚਾਹਾਂਗਾ। ਇਸ ਰਿਪੋਰਟ ਬਾਰੇ ਆਪਣੇ ਵਿਚਾਰ, ਆਪਣੀ ਫੀਡਬੈਕ, ਤੁਹਾਡੇ ਮਨ ਦੇ ਵਿੱਚ ਵੀ ਕੋਈ ਗੱਲਾਂ ਬਾਤਾਂ ਉੱਭਰ ਰਹੀਆਂ ਹੋਣਗੀਆਂ, ਤੁਸੀਂ ਜ਼ਰੂਰ ਉਹ ਫੀਡਬੈਕ ਕਮੈਂਟ ਸੈਕਸ਼ਨ ਦੇ ਵਿੱਚ ਸ਼ੇਅਰ ਕਰ ਸਕਦੇ ਹੋ। ਬਹੁਤ ਬਹੁਤ ਧੰਨਵਾਦ ਇਸ ਰਿਪੋਰਟ ਨੂੰ ਵੇਖਣ ਲਈ। ਛੇਤੀ ਹੀ ਇੱਕ ਹੋਰ ਰਿਪੋਰਟ ਲੈ ਕੇ ਫੇਰ ਮਿਲਦੇ ਹਾਂ। ਧੰਨਵਾਦ।